अस्सलाम वालेकुम या साहिबुल असर व ज़मान बफ़िज़ान मुर्शिद अब्द हैदर। मेरी एक खुद साख्ता इलम दे पहाड़ ना इलम दे माउंट एवरेस्ट नाल सही सी एक इल्मी तकरार होया, एक इल्मी बहस हुई, ज़रा उसते डिस्कस हुई। मेरी वर्कशॉप जो कि दीनी काम तो बिल्कुल हट के है, मेहनत मज़दूरी वाली दुकान कोई। ਉੱਥੇ ਮੇਰਾ ਇੱਕ ਦੋਸਤ ਨਾ ਇੱਕ ਸ਼ਾਹ ਜੀ ਨੂੰ ਲੈ ਕੇ ਆਇਆ ਤੇ ਪਹਿਲੇ ਵੀ ਉਹਨੇ ਇੱਕ ਦਿਨ ਮੇਰਾ ਤਾਰਫ ਕਰਵਾਇਆ ਸੀ। ਥੋੜੀ ਜਿਹੀ ਗੱਲ ਹੋਈ ਤੇ ਉਦੋਂ ਉਹਨੇ ਬਹੁਤ ਆਲਾ ਗੱਲ ਕੀਤੀ। ਮੈਨੂੰ ਬੜਾ ਸ਼ੌਕ ਪੈਦਾ ਹੋਇਆ ਯਾਰ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਬਹੁਤ ਅੱਛੇ ਬੰਦੇ ਨੇ। ਮੈਂ ਉਹਨਾਂ ਨੂੰ ਟਾਈਮ ਦਿੱਤਾ ਫਿਰ ਕਦੀ ਆਣਾ। ਖੈਰ ਉਹ ਮੇਰੇ ਕੋਲ ਆਏ, ਬੜੀ ਬੁਲੰਦ ਮਾਰਫਤ ਵਾਲੀਆਂ ਉਹਨਾਂ ਨੇ ਸਾਨੂੰ ਗੱਲਾਂ ਦੱਸੀਆਂ ਆਂਦਿਆਂ ਹੀ। ਸਾਨੂੰ ਕੋਈ ਤਾਰਫ ਨਹੀਂ ਸਾਡਾ ਪੁੱਛਿਆ, ਕੋਈ ਗੱਲ ਨਹੀਂ, ਲੇਕਿਨ ਉਹ ਸਾਨੂੰ ਦਰਸ ਦੇਣਾ ਸ਼ੁਰੂ ਹੋ ਗਏ ਆਂਦੇ ਹੀ। ਬੜੀ ਮੈਂ ਹੈਰਤ ਆਈ ਮੈਨੂੰ। ਮੈਂ ਕਿ ਯਾਰ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹ ਸਰਕਾਰ ਆਪਦੇ ਹੈਦਰ ਦੀਆਂ ਗੱਲਾਂ ਨੇ, ਇਸ ਬੰਦੇ ਕੋ ਕਿਵੇਂ ਪਹੁੰਚੀਆਂ? ਯਾਰ ਐਡਾ ਕਮਾਲ ਜ਼ਰਫ ਰੱਖ ਰਿਹਾ ਬੰਦਾ। ਖੈਰ ਆਂਦੇ ਹੀ ਉਹਨੇ ਇਹਨਾਂ ਗੱਲਾਂ ਸ਼ੁਰੂ ਕਰ ਦਿੱਤੀਆਂ। ਮੈਂ ਉਹਨਾਂ ਨੂੰ ਸਟਾਰਟਿੰਗ ਪੁੱਛਿਆ, ਮੈਂ ਕਿਹਾ ਤੁਸੀਂ ਇਹ ਇਲਮ ਲੈਂਦੇ ਕਿੱਥੋਂ ਹੈ? ਤੁਹਾਨੂੰ ਇਹ ਇਲਮ ਮਿਲਿਆ ਕਿੱਥੋਂ? ਸ਼ਾਹ ਜੀ ਕਹਿਣ ਲੱਗੇ ਕਿ ਮੈਨੂੰ ਇਹ ਆਪਣੇ ਆਪ ਹੀ ਪਤਾ ਹੈ। ਇਹ ਮੈਨੂੰ ਪਤਾ ਮੈਨੂੰ ਮੌਲਾ ਇਲਹਾਮ ਕਰਦੇ ਨੇ। ਮੈਂ ਕਿਹਾ ਹੈਂ ਮੌਲਾ ਇਲਹਾਮ ਕਰਦੇ ਤੁਹਾਨੂੰ? ਹਾਂ। ਅੱਛਾ। ਮੈਂ ਕਿਹਾ ਅੱਛਾ ਕਿਆ ਮੌਲਾ ਤੁਹਾਨੂੰ ਮਿਲੇ ਨੇ? ਕਹਿੰਦਾ ਨਹੀਂ। ਮੈਂ ਕਿਹਾ ਕਿ ਮਾਰਫਤ ਹੋਈ? ਉਸ ਤੋਂ ਪਹਿਲੇ ਹਦੀਸ ਮੈਂ ਸੁਣਾ ਚੁੱਕਿਆ ਸੀ ਕਿ ਜਿਹੜਾ ਬੰਦਾ ਵੀ ਵਕਤ ਦੇ ਇਮਾਮ ਦੀ ਮਾਰਫਤ ਤੋਂ ਬਗੈਰ ਮਰਿਆ ਜਹਾਲਤ 'ਤੇ ਮਰਿਆ। ਤੇ ਕਹਿੰਦਾ ਨਹੀਂ। ਤੇ ਮੈਂ ਕਿਹਾ ਫਿਰ ਤੈਨੂੰ ਇਲਹਾਮ ਜੋ ਹੁੰਦਾ ਹੈ ਤੇ ਤੂੰ ਮੌਲਾ ਨੂੰ ਕਿਉਂ ਨਹੀਂ ਕਹਿੰਦਾ ਕਿ ਮੌਲਾ ਮੈਨੂੰ ਮਿਲੋ, ਤੁਹਾਡੀ ਮਿਹਰਬਾਨੀ ਮੈਨੂੰ ਆਪਣੀ ਪਹਿਚਾਣ ਕਰਾਓ, ਤੁਸੀਂ ਕਿੱਥੇ ਹੋ, ਕਿਵੇਂ ਹੋ? ਸ਼ਾਹ ਜੀ ਕਹਿੰਦੇ ਨਹੀਂ ਜੀ ਸਾਡਾ ਕਿਰਦਾਰ ਠੀਕ ਨਹੀਂ ਹੈ, ਸਾਨੂੰ ਆਪਣਾ ਕਿਰਦਾਰ ਠੀਕ ਕਰਨਾ ਚਾਹੀਦਾ ਹੈ, ਅਸੀਂ ਉਹਨਾਂ ਦੀ ਪਹਿਚਾਣ ਨਹੀਂ ਕਰ ਸਕਦੇ, ਸਾਡੀ ਅੱਖਾਂ ਦੀ ਤਹਾਰਤ ਨਹੀਂ ਹੈ। ਠੀਕ ਹੈ, ਸਾਡੀਆਂ ਅੱਖਾਂ ਦੀ ਤਹਾਰਤ ਨਹੀਂ ਕਿ ਅਸੀਂ ਉਹਨਾਂ ਨੂੰ ਪਹਿਚਾਣ ਪਾਈਏ। ਮੈਂ ਕਿਹਾ ਸ਼ਾਹ ਜੀ ਕਿਰਦਾਰ ਦੀ ਗੱਲ ਤੇ ਛੱਡ ਦਵੋ, ਕਿਆ ਅਸੀਂ ਗੁਨੇਗਾਰ ਬੜੇ ਹਾਂ ਜੀ? ਮੈਂ ਕਿਹਾ ਦੱਸੋ ਕਿ ਫਰਮਾਇਆ ਕਿ ਅਲੀ ਦੀ ਮੁਹੱਬਤ ਦੇ ਹੁੰਦਿਆਂ ਕੋਈ ਗੁਨਾਹ ਅਸਰ ਨਹੀਂ ਕਰਦਾ, ਅਲੀ ਦੇ ਬੁਗਜ਼ ਹੁੰਦਿਆਂ ਕੋਈ ਨੇਕੀ ਅਸਰ ਨਹੀਂ ਕਰਦੀ, ਤੇ ਰਹਿ ਗਈ ਗੱਲ ਕਿਰਦਾਰ ਦੀ। ਤੇ ਮੈਂ ਕਿਹਾ ਅਗਰ ਮੈਂ ਤੁਹਾਡਾ ਮੋਮਨ ਭਰਾ ਵਾਂ, ਮੈਂ ਲੱਖ ਮੇਰੇ 'ਚ ਬੁਰਾਈ ਹੈ, ਕਿਆ ਤੁਸੀਂ ਮੇਰੇ ਤੋਂ ਨਫ਼ਰਤ ਕਰੋਗੇ? ਕਹਿੰਦਾ ਨਹੀਂ ਮੋਮਨ ਨੂੰ ਤਾਂ ਮੈਂ ਨਫ਼ਰਤ ਨਹੀਂ ਕਰਾਂਗਾ। ਤੇ ਮੈਂ ਕਿਹਾ ਇਸੇ ਤਰ੍ਹਾਂ ਹੀ ਤੁਸੀਂ ਹੋ ਤੇ ਤੁਸੀਂ ਜਿਹੜੇ ਲੋਕ ਹੋ ਨੇ ਜਿਹੜੇ ਆਲੇ ਰਸੂਲ ਦੇ ਦੁਸ਼ਮਣਾਂ ਨੂੰ ਹੱਕ ਮੰਨਦੇ ਨੇ, ਸੋਨੇ ਵਰਗਾ ਕਿਰਦਾਰ ਵੀ ਲੈ ਕੇ ਚਲੇ ਜਾਓ, ਕਿਆ ਉਹ ਤੁਹਾਨੂੰ ਠੀਕ ਮੰਨ ਲੈਣਗੇ? ਕਹਿੰਦਾ ਨਹੀਂ। ਮੈਂ ਕਿਹਾ ਜਦੋਂ ਮੌਲਾ ਹੁਸੈਨ ਬਾਦਸ਼ਾਹ ਦਾ ਕਿਰਦਾਰ ਵੇਖ ਕੇ ਯਜ਼ੀਦੀਆਂ ਨੂੰ ਤਰਸ ਨਹੀਂ ਆਇਆ, ਜਦੋਂ ਮੌਲਾ ਅਲੀ ਬਾਦਸ਼ਾਹ ਦਾ ਕਿਰਦਾਰ ਵੇਖ ਕੇ ਉਹਨਾਂ ਦੇ ਦਿਲ ਨਹੀਂ ਪਿਘਲ ਸਕੇ, ਠੀਕ ਹੈ, ਉਹਨਾਂ ਨੇ ਉਸ ਦੀ ਕਦਰ ਨਾ ਕੀਤੀ, ਕਿ ਤੇਰੇ ਮੇਰੇ ਕਿਰਦਾਰ ਦੀ ਕੀ ਵੈਲਿਊ, ਕੀ ਉਹ ਮਾਨੀ ਰੱਖਦੇ ਨੇ? ਮੈਂ ਅੱਗੋਂ ਇਹ ਗੱਲ ਕੀਤੀ। ਫਿਰ ਕਹਿਣਗੇ ਹਾਂ ਬਿਲਕੁਲ ਠੀਕ ਹੈ। ਮੈਂ ਕਿਹਾ ਫਿਰ ਇਹ ਗੱਲ ਕਰੋ ਕਿ ਸਾਨੂੰ ਤਲਬ ਨਹੀਂ ਹੈ। ਇਹ ਜ਼ਰੂਰ ਮੰਨਿਆ ਕਿ ਹਾਂ ਬਿਲਕੁਲ ਸਾਨੂੰ ਉਸ ਤਰੀਕੇ ਤਲਬ ਨਹੀਂ ਹੈ ਜਿਸ ਤਰ੍ਹਾਂ ਕਿ ਸਾਨੂੰ ਇਹ ਤਲਬ ਹੁੰਦੀ ਹੈ ਕਿ ਯਾਰ ਅਸੀਂ ਬਿਜਲੀ ਦਾ ਬਿੱਲ ਦੇਣਾ ਉਹ ਅਦਾ ਕਿਵੇਂ ਕਰਾਂਗੇ, ਜਾਂ ਸਾਨੂੰ ਇਹ ਤਲਬ ਹੁੰਦੀ ਹੈ ਕਿ ਯਾਰ ਸਾਡੀ ਪਾਣੀ ਖਤਮ ਹੋਇਆ ਪਿਆ, ਕਦੋਂ ਬਿਜਲੀ ਆਣੀ ਤੇ ਅਸੀਂ ਪਾਣੀ ਭਰਨਾ ਹੈ, ਜਾਂ ਸਾਡੇ ਘਰ ਗੈਸ ਕਦੋਂ ਆਏਗੀ ਅਸੀਂ ਖਾਣਾ ਪਕਾਣਾ, ਸਾਨੂੰ ਤਾਂ ਇੰਨੀ ਤਲਬ ਵੀ ਨਹੀਂ। ਤੇ ਮੰਨਿਆ ਕਹਿੰਦਾ ਹਾਂ ਬਿਲਕੁਲ ਇਸ ਤਰ੍ਹਾਂ ਹੀ। ਫਿਰ ਮੈਂ ਪੁੱਛਿਆ ਕਿ ਇਹ ਕੀ ਗਰੰਟੀ ਹੈ ਕਿ ਜਿਹੜਾ ਇਲਮ ਤੁਹਾਨੂੰ ਮਿਲਦਾ ਹੈ ਜਾਂ ਜਿਹੜਾ ਇਲਹਾਮ ਹੁੰਦਾ ਵਾਕਈ ਮੌਲਾ ਦੀ ਤਰਫੋਂ ਹੁੰਦਾ ਹੈ, ਵਾਕਈ ਮੌਲਾ ਦੀ ਤਰਫੋਂ ਇਲਹਾਮ ਹੁੰਦਾ ਹੈ? ਤੁਹਾਨੂੰ ਕਿਵੇਂ ਪਤਾ ਲੱਗਾ, ਕਿਵੇਂ ਗਰੰਟੀ ਦੇ ਸਕਦੇ ਹੋ? ਹਾਲਾਂਕਿ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹ ਰਾਜ਼ ਦੀਆਂ ਗੱਲਾਂ, ਇਹ ਤੇ ਮੇਰਾ 12 ਸਾਲ ਦਾ ਜਿਹੜਾ ਇੱਕ ਸ਼ਾਗਿਰਦ ਹੈ ਨਾ, ਜਿਹਨੂੰ ਹਾਲੇ ਸਿਰਫ 3 ਮਹੀਨੇ ਹੋਏ ਨੇ ਮੇਰੇ ਕੋਲ ਆਏ ਨੂੰ, ਮੈਂ ਵਾਜ਼ੇ ਕਰਦਾ ਮੇਰਾ ਇਹ ਕੰਮ ਸਿਖਾਉਣਾ ਮੇਰਾ ਕੋਈ ਨਹੀਂ ਹੈ, ਉਹ ਸ਼ਾਗਿਰਦ ਹੈ ਮੇਰਾ ਹੋਰ ਕੋਈ ਕੰਮ ਦੇ ਵਿੱਚ ਮਿਹਨਤ ਮਜ਼ਦੂਰੀ 'ਚ ਮੇਰਾ ਸ਼ਾਗਿਰਦ ਹੈ। ਸਰ ਮੈਂ ਕੀ ਕੰਮ ਕਰਦਾ ਹਾਂ ਇੱਕ ਬਾਅਦ ਦੀ ਗੱਲ ਹੈ। ਮੈਂ ਕਿਹਾ 3 ਮਹੀਨੇ ਉਮਰ ਜਿਸ ਦੀ ਹਾਲੇ 12 ਸਾਲ ਹੈ ਉਹਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੈ। 95% ਜਿਹੜੀਆਂ ਗੱਲਾਂ ਨੇ ਨਾ ਤੁਹਾਡੀਆਂ, ਉਹਨੂੰ ਮੈਂ ਕਿਹਾ 95% ਤੁਹਾਡੀਆਂ ਗੱਲਾਂ ਸਰਕਾਰ ਅਬਦੇ ਹੈਦਰ ਤੋਂ ਲਿੱਤੀਆਂ ਗਈਆਂ ਨੇ। ਕਿਆ ਤੁਸੀਂ ਸਰਕਾਰ ਅਬਦੇ ਹੈਦਰ ਨੂੰ ਜਾਣਦੇ ਹੋ? ਮੈਂ ਉਹ ਬੱਚਾ ਵੀ ਹੱਸਦਾ ਪਿਆ ਸੀ, ਮੇਰੇ ਕੋਲ ਖਲੋਤਾ ਸੀ, ਤੇ ਉਹਨੂੰ ਮੈਂ ਸਗੋਂ ਆਪਣੇ ਕੋਲ ਬੁਲਾ ਲਿਆ। ਮੈਂ ਕਿਹਾ ਬੱਚੇ ਗੱਲ ਸੁਣ, ਕੋਈ ਸਾਹਿਬ ਮਾਰਫਤ ਬੰਦਾ ਆਇਆ ਤੇ ਅਸੀਂ ਗੱਲ ਸੁਣਨੀ ਹੈ। ਤੋ ਬੱਚਾ ਹੱਸ ਰਿਹਾ ਸੀ, ਇਹ ਕਿ ਸਾਰੀਆਂ ਗੱਲਾਂ ਵੀ ਸਰਕਾਰ ਅਬਦੇ ਹੈਦਰ ਦੀਆਂ ਨੇ। 3 ਮਹੀਨੇ ਵਿੱਚ ਹਾਲੇ 12 ਸਾਲ ਦਾ ਬੱਚਾ। ਮੈਂ ਕਿਹਾ ਕਿਆ ਤੁਸੀਂ ਸਰਕਾਰ ਅਬਦੇ ਹੈਦਰ ਨੂੰ ਮਿਲੇ ਹੋ? ਕਹਿੰਦਾ ਨਹੀਂ ਜੀ ਮੈਂ ਨਾਮ ਤੇ ਬੜਾ ਸੁਣਿਆ ਉਹਨਾਂ ਦਾ, ਪਰ ਮੈਂ ਮਿਲਿਆ ਨਹੀਂ ਉਹਨਾਂ ਨੂੰ। ਮੈਂ ਕਿਹਾ ਤੁਸੀਂ ਉਹਨਾਂ ਨੂੰ ਮਿਲੇ ਕਿਉਂ ਨਹੀਂ? ਕਹਿਣ ਲੱਗਾ ਮੈਨੂੰ ਜ਼ਰੂਰਤ ਹੀ ਨਹੀਂ ਮਿਲਣ ਦੀ। ਮੈਂ ਕਿਹਾ ਇਹ ਕੀ ਵਜ੍ਹਾ ਹੋਈ ਕਿ ਤੁਹਾਨੂੰ ਜ਼ਰੂਰਤ ਨਹੀਂ? ਠੀਕ ਹੈ, ਜ਼ਰੂਰਤ ਕਿਉਂ ਨਹੀਂ ਤੁਹਾਨੂੰ? ਕਿਆ ਮੌਲਾ ਦਾ ਕੋਈ ਫਰਮਾਨ ਪੇਸ਼ ਕਰ ਸਕਦੇ ਹੋ ਕਿ ਤੁਸੀਂ ਖੁਦ ਹੀ ਇਲਮ ਲੈਣਾ, ਕਿਸੇ ਕੋ ਜਾਣ ਦੀ ਜ਼ਰੂਰਤ ਨਹੀਂ? ਹਾਲਾਂਕਿ ਮੌਲਾ ਨੇ ਤਾਂ ਇਹ ਫਰਮਾਇਆ ਸੀ ਕਿ ਮੈਂ ਉਸ ਦਾ ਸ਼ਖਸ ਦਾ ਗੁਲਾਮ ਹਾਂ ਜਿਹਨੇ ਮੈਨੂੰ ਇੱਕ ਹਰਫ ਵੀ ਸਿਖਾਇਆ। ਇੱਥੇ ਨਬੀ ਪਾਕ ਕੇ ਫਰਮਾਉਂਦੇ ਨੇ ਰੱਬੀ ਜ਼ਿਦਨੀ ਇਲਮਨ, ਐ ਅੱਲਾ ਮੇਰੇ ਇਲਮ 'ਚ ਇਜ਼ਾਫਾ ਫਰਮਾ। ਠੀਕ ਹੈ, ਉਹਨਾਂ ਤੇ ਇਹ ਫਰਮਾਨ ਕਿ ਇਲਮ ਹਾਸਲ ਕਰੋ, ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਇਲਮ ਹਾਸਲ ਕਰੋ, ਇਲਮ ਹਾਸਲ ਕਰੋ ਭਾਵੇਂ ਤੁਹਾਨੂੰ ਚੀਨ ਹੀ ਕਿਉਂ ਨਾ ਜਾਣਾ ਪਵੇ। ਮੈਂ ਇਸ 'ਤੇ ਵੀਡੀਓ ਬਣਾਵਾਂਗਾ ਚੀਨ ਵਾਲੀ ਗੱਲ 'ਤੇ, ਇਹ ਤੁਹਾਡੇ ਕਮੈਂਟ ਹੋਣਗੇ, ਮੈਂ ਇਸ ਦਾ ਜਵਾਬ ਉਹਦੇ ਵਿੱਚ ਹੀ ਆ ਜਾਏਗਾ। ਠੀਕ ਹੈ, ਮੈਂ ਕਿਹਾ ਉਹ ਤਾਂ ਇਹ ਫਰਮਾਉਂਦੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਇਹਦੇ 'ਤੇ ਮੈਨੂੰ ਮੌਲਾ ਦਾ ਫਰਮਾਨ ਪੇਸ਼ ਕਰ ਸਕਦੇ ਹੋ ਕਿ ਕਿਸੇ ਕੋ ਜਾਣ ਦੀ ਜ਼ਰੂਰਤ ਨਹੀਂ? ਹਾਲਾਂਕਿ ਜਿਹੜਾ ਇਲਮੀ ਬੰਦਾ ਹੁੰਦਾ ਉਹ ਕਹਿੰਦੇ ਇਲਮ ਦੀ ਜ਼ਿਆਦਾ ਕਿਹਨੂੰ ਜ਼ਰੂਰਤ ਹੁੰਦੀ ਹੈ? ਉਸ ਨੂੰ ਜਿਸ ਕੋ ਬਿਲਕੁਲ ਇਲਮ ਨਹੀਂ ਹੈ ਕਿ ਉਸ ਨੂੰ ਇਲਮ ਦੀ ਜ਼ਰੂਰਤ ਹੈ, ਜਿਹਦੇ ਕੋ ਬਹੁਤ ਜ਼ਿਆਦਾ ਇਲਮ ਹੈ। ਉਹਨੇ ਕਿਹਾ
जिसको बहुत ज़्यादा इलम है ज़रूरत भी उसनूं हुंदी है, जिन्हें को नहीं ਉਹਨੂੰ ਤੇ ਕਦਰ ਹੀ ਨਹੀਂ, ਉਹਨੂੰ ਤੇ ਪਰਵਾਹ ਹੀ ਕੋਈ ਨਹੀਂ। ਲਿਹਾਜ਼ਾ ਜਿਹੜਾ ਜਿੰਨਾ ਇਲਮ ਵਾਲਾ ਹੁੰਦਾ ਉਹਨੂੰ ਤਾਂ ਹੋਰ ਜ਼ਿਆਦਾ ਤਲਬ ਹੁੰਦੀ ਹੈ। ਮੈਂ ਕਿਹਾ ਮੈਨੂੰ ਇਹ ਮੌਲਾ ਦਾ ਫਰਮਾਨ, ਬਾਕੀ ਚੁੱਪ ਕਰ ਗਿਆ ਇਸ ਗੱਲ ਦੇ ਕਿ ਵੇਖਾਂਗਾ ਸੋਚਾਂਗਾ ਜੋ ਵੀ ਜਿਸ ਤਰ੍ਹਾਂ ਵੀ। ਮੈਂ ਫਿਰ ਕਿਹਾ ਕਿ ਕੁਰਾਨ ਤੇ ਮੌਲਾ ਦੇ ਫਰਮਾਨ ਦੇ ਵਿੱਚੋਂ ਦਲੀਲ ਲੈਣੀ ਹੈ ਕਿ ਕਿਸੇ ਕੋਲ ਇਲਮ ਨਹੀਂ ਲੈਣਾ। ਸਾਰੀ ਗੱਲ ਅਸੀਂ ਇਸ ਤੋਂ ਬਾਹਰ ਜਾ ਕਿਵੇਂ ਸਕਦੇ ਹਾਂ। ਮੈਂ ਕਿਹਾ ਮੈਂ ਤੁਹਾਡੀ ਗੱਲ ਮੰਨ ਲਾਂਗਾ ਅਗਰ ਮੈਨੂੰ ਮੌਲਾ ਦਾ ਕੋਈ ਫਰਮਾਨ ਪੇਸ਼ ਕਰੋਗੇ ਤਾਂ। ਹਾਲਾਂਕਿ ਮੌਲਾ ਦੇ ਬੇਸ਼ੁਮਾਰ ਫਰਮਾਨ ਹੈ ਕਿ ਜਿਹੜੇ ਇਲਮ ਹਾਸਲ ਕਰੋ। ਮੂਸਾ ਅਲੈਹਿਸਲਾਮ ਨੂੰ ਖਿਜ਼ਰ ਅਲੈਹਿਸਲਾਮ ਕੋਲ ਜਾਣਾ ਪੈ ਰਿਹਾ, ਉਹ ਕਹਿ ਰਹੇ ਮੈਨੂੰ ਰੁਸ਼ਦ ਦਿਓ, ਇਲਮ ਦਿਓ, ਰੁਸ਼ਦ ਦਿਓ, ਤੇ ਤੁਸੀਂ ਕਿੱਥੇ। ਫਿਰ ਇਹ ਜਿੰਨਾ ਉਹ ਸਾਹਿਬ ਰਵਾਨ ਸੀ, ਮਾਰਫਤ ਵਾਲੇ ਸਨ, ਇਹ ਤੁਹਾਨੂੰ ਇੱਥੇ ਪਤਾ ਲੱਗ ਜਾਣਾ ਕਿ ਉਹ ਕਿੰਨੀ ਕੁ ਮਾਰਫਤ ਵਾਲੇ ਸਨ, ਕਿੰਨਾ ਕੁ ਮੌਲਾ ਨਾਲ ਇਲਹਾਮ ਕਰਦੇ ਸਨ। ਇਹ ਵੀ ਫਿਰ ਮੈਂ ਉਹਨੂੰ ਇਹ ਵੀ ਕਿਹਾ ਸੀ ਨਾ, ਜੇ ਅਗਰ ਤੈਨੂੰ ਇਲਹਾਮ ਹੁੰਦਾ ਤਾਂ ਫਿਰ ਮੌਲਾ ਕੋਈ ਇਹ ਵੀ ਪੁੱਛ ਲੈਣਾ ਮੌਲਾ ਮੈਨੂੰ ਕਿੱਥੋਂ ਮਿਲੇ ਕੋ। ਅਤੇ ਅੱਗੇ ਉਹਨਾਂ ਨੇ ਅੱਖਾਂ ਦਾ ਬਹਾਨਾ ਪਾਤਾ ਕਿ ਅੱਖਾਂ 'ਚ ਤਾਰਤ ਨਹੀਂ ਤੈ ਨਹੀਂ, ਯਾਨੀ ਕਿ ਸੁਣੀਆਂ ਸੁਣਾਈਆਂ ਗੱਲਾਂ। ਅੱਗੋਂ ਜਿੰਨੇ ਕੋ ਸਾਹਿਬ ਮਾਰਫਤ ਨੇ ਉਹ ਤੁਹਾਨੂੰ ਇਸ ਗੱਲ ਤੋਂ ਪਤਾ ਲੱਗ ਜਾਣਾ। ਮੈਂ ਪੁੱਛਿਆ ਖੁਮਸ ਦਿੰਦੇ ਹੋ? ਸ਼ਾਹ ਜੀ ਕਹਿਣ ਲੱਗੇ ਨਹੀਂ ਖੁਮਸ ਨਹੀਂ। ਖੁਮਸ ਕੀ ਹੁੰਦਾ? ਖੁਮਸ ਕੁਛ ਵੀ ਨਹੀਂ ਹੁੰਦਾ, ਇਹ ਸਭ ਕਹਾਣੀਆਂ ਨੇ। ਅਸੀਂ ਮਜਲਿਸ ਕਰਵਾ ਲੈਂਦੇ ਹਾਂ, ਖੁਮਸ ਬਾਕੀ ਰਹਿ ਜਾਂਦਾ। ਇਹੋ ਹੀ ਜੁਮਲੇ ਨੇ ਉਹਨਾਂ ਦੇ, ਇਹ ਬਸ ਸਭ ਗੱਲਾਂ ਨੇ, ਇਹ ਕਹਾਣੀਆਂ ਨੇ, ਇਹ ਸ਼ਰੀਅਤ ਦੇ ਮਾਮਲੇ ਨੇ, ਅਸੀਂ ਸ਼ਰੀਅਤ ਨੂੰ ਨਹੀਂ ਮੰਨਦੇ। ਮੈਂ ਕਿਹਾ ਅੱਛਾ। ਲੋ ਜੀ ਇਹ ਜੋ ਗੱਲ ਸੁਣੀ ਨਾ ਤੇ ਮੈਂ ਤਾਂ ਬੜਾ ਹੈਰਾਨ ਜਿਹਾ ਰਹਿ ਗਿਆ ਤੇ ਪਰੇਸ਼ਾਨ ਰਹਿ ਗਿਆ। ਮੈਂ ਕਿਹਾ ਲੋ ਜੀ, ਮੈਂ ਤੇ ਸ਼ਾਹ ਜੀ ਜਿਹੜੀਆਂ ਗੱਲਾਂ ਕਰ ਰਹੇ ਸੀ, ਮੈਂ ਕਿਹਾ ਕਿਆ ਬਾਤ ਹੈ, ਉਤਲੀਆਂ ਜਿਹੜੀਆਂ ਗੱਲਾਂ ਤੇ ਥੱਲੇ ਆ ਕੇ ਤੇ ਸਾਰੇ ਉਹ ਵੀ ਮੈਂ ਹੁਣ ਉਹ ਬੰਦਾ ਜਿਹੜੇ ਮੇਰੇ ਨਾਲ ਬੈਠਾ ਉਹ ਸਾਰੇ ਉਹ ਵੀ ਸੁਣ ਕੇ ਹੈਰਾਨ ਰਹਿ ਗਿਆ ਕਿ ਉਹ ਖੁਮਸ ਦਾ ਹੀ ਇਨਕਾਰੀ। ਅੱਛਾ ਇੱਕ ਗੱਲ ਹੋਵੇ, ਬੰਦਾ ਨਾ ਪੈਸੇ ਧੇਲਾ ਨਾ ਹੋਵੇ, ਗਰੀਬ ਹੋਵੇ ਨਾ ਬੰਦਾ, ਤੇ ਖੁਮਸ ਨਾ ਦੇਵੇ ਤੇ ਸਮਝ ਆਉਂਦੀ ਮੌਲਾ ਮੇਰੇ ਕੋਲ ਹੈ ਨਹੀਂ। ਇੱਕ ਬੰਦਾ ਕਵੇ ਖੁਮਸ ਨਾ ਦੀ ਸ਼ੈ ਹੀ ਕੋਈ ਨਹੀਂ, ਸਭ ਕਹਾਣੀਆਂ ਨੇ, ਉਹ ਜੀ ਮਜਲਿਸ ਕਰਾ ਕੇ ਆਸਾਨ ਕਰਾ ਲੈਂਦੇ ਨੇ ਕਿ ਅਸੀਂ ਖੁਮਸ ਦੇਣਾ ਹਾਲੇ ਰਹਿ ਗਿਆ। ਚਲੋ ਮਜਲਿਸ 'ਚ ਵੀ ਪੈਸੇ ਦੇ ਦੇਣੇ ਤੇ ਉਹ ਲਹਿਦਾ ਗੱਲ ਹੈ ਕਿ ਜੀ ਖੁਮਸ ਦੇ ਪੈਸੇ ਅਸੀਂ ਉਧਰ ਐਡ ਕਰ ਲਏ, ਸਮਝ ਆਉਂਦੇ, ਲੇਕਿਨ ਉਹ ਖੁਮਸ ਨੂੰ ਮੰਨ ਹੀ ਨਹੀਂ ਰਿਹਾ। ਮੈਂ ਉਹਨੂੰ ਕਿਹਾ ਕਿਆ ਤੁਸੀਂ ਮੈਨੂੰ ਹਵਾਲਾ ਪੇਸ਼ ਕਰ ਸਕਦੇ ਹੋ ਖੁਮਸ ਦੇ ਉੱਤੇ, ਕੋਈ ਖੁਮਸ ਨਹੀਂ ਦੇਣਾ ਚਾਹੀਦਾ ਜਾਂ ਬਣਦਾ ਹੀ ਨਹੀਂ। ਹਾਲਾਂਕਿ ਮੈਂ ਖੁਮਸ ਦੇ ਉੱਤੇ ਉਹਨਾਂ ਨੂੰ ਹਵਾਲਾ ਸੁਣਾਇਆ ਸੀ ਕਿ ਮੌਲਾ ਫਰਮਾਉਂਦੇ ਨੇ ਕਿ ਜਿਹੜਾ ਖੁਮਸ ਨਹੀਂ ਦਿੰਦਾ ਉਹਦੀ ਮਿਸਾਲ ਐਵੇਂ ਕਿ ਅਸੀਂ 14 ਸਿਰ ਤੇ ਕੁਰਾਨ ਰੱਖ ਕੇ ਆਈਏ ਅਤੇ ਉਹਦੇ ਕੋਲ ਖੁਮਸ ਮੰਗੀਏ ਤਾਂ ਸਾਨੂੰ ਖਾਲੀ ਲੁਟਾ ਦੇਵੇ। ਇਹ ਫਰਮਾਨ ਮੈਂ ਕਿਹਾ ਮੌਜੂਦ ਨੇ, ਹੋਰ ਵੀ ਬਹੁਤ ਸਾਰੇ ਮੌਜੂਦ ਨੇ ਖੁਮਸ ਦੇ ਵਾਲੇ, ਤੇ ਤੂੰ ਖੁਮਸ ਦਾ ਹੀ ਇਨਕਾਰੀ ਹੈ, ਇਹਦਾ ਹਵਾਲਾ ਪੇਸ਼ ਕਰ ਸਕਦਾ ਮੌਲਾ ਦੇ ਫਰਮਾਨ 'ਚੋਂ, ਕੁਰਾਨ 'ਚੋਂ। ਕਹਿਣ ਲੱਗਾ ਨਹੀਂ ਮੈਂ ਤਹਿਕੀਕ ਕਰਾਂਗਾ, ਗੌਰ ਫਿਕਰ ਕਰਾਂਗਾ, ਯਾਨੀ ਕਿ ਨਾ ਸਿਰਫ ਗੱਲ ਟਾਲੀ ਹੈ ਉਸਨੇ। ਅਤੇ ਮੈਂ ਕਿਹਾ ਚਲੋ ਮੈਂ ਇੰਤਜ਼ਾਰ ਕਰਾਂਗਾ ਕਿ ਤੁਸੀਂ ਕਦੋਂ ਜਿਹੜਾ ਨਾ ਇਹ ਹਵਾਲਾ ਲੈ ਕੇ ਆਉਂਦੇ ਹੋ। ਮੈਂ ਕਿਹਾ ਕੋਈ ਗੱਲ ਦੱਸੋ, ਤੁਸੀਂ ਕਹਿੰਦੇ ਮੈਂ ਸ਼ਰੀਅਤ ਨੂੰ ਨਹੀਂ ਮੰਨਦਾ, ਮੈਨੂੰ ਦੱਸੋ ਜਿਹੜੇ ਤੁਸੀਂ ਅੱਗੇ ਸਾਨੂੰ ਤਬਲੀਗ ਕਰਕੇ ਹਟੇ ਹੋ ਆਲੇ ਰਸੂਲ ਕੇ ਮੌਲਾ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਮੌਲਾ ਦੇ ਜ਼ਹੂਰ ਦੀ ਦੁਆ ਮੰਗਣੀ ਚਾਹੀਦੀ ਹੈ, ਇੱਕ ਮੁਹਿਬ ਨੂੰ ਅੱਛਾ ਹੋਣਾ ਚਾਹੀਦਾ ਹੈ, ਉਹਦਾ ਸ਼ੀਆ ਇਹੋ ਜਿਹਾ ਹੋਣਾ ਚਾਹੀਦਾ, ਲੋਕ ਕਹਿਣ ਕਿ ਇਹਦਾ ਚੁੱਲਦਾ ਫਿਰਦਾ ਯਾਰ ਕਿਆ ਬਾਤ ਹੈ, ਮੌਲਾ ਦਾ ਸ਼ੀਆ ਜਾ ਰਿਹਾ ਹੈ, ਉਹਦੇ ਅਮਾਲ ਦਰੁਸਤ ਹੋਣੇ ਚਾਹੀਦੇ ਨੇ, ਠੀਕ ਹੈ, ਉਹ ਸਾਫ਼ ਸੁਥਰਾ ਹੋਣਾ ਚਾਹੀਦਾ, ਉਹਦਾ ਕਿਰਦਾਰ ਸਾਫ਼ ਸੁਥਰਾ ਹੋਣਾ ਚਾਹੀਦਾ। ਮੈਂ ਕਿਹਾ ਇਹ ਸਾਰੀਆਂ ਸ਼ਰੀਅਤ ਦੀਆਂ ਗੱਲਾਂ ਸੀ, ਕਿਆ ਸ਼ਰੀਅਤ ਤੋਂ ਬਾਹਰ ਗੱਲਾਂ ਕੀਤੀਆਂ ਤੁਸੀਂ ਜਿਹੜੀਆਂ ਕੀਤੀਆਂ ਨੇ? ਜਦੋਂ ਖੁਮਸ ਦੇਣ ਦੀ ਵਾਰੀ ਆਈ ਤਾਂ ਉਦੋਂ ਤੁਸੀਂ ਕਹਿ ਤਾ ਕਿ ਇਹ ਸ਼ਰੀਅਤ ਦੇ ਵਿੱਚ ਤਾਂ ਅਸੀਂ ਸ਼ਰੀਅਤ ਨੂੰ ਨਹੀਂ ਮੰਨਦੇ। ਮੈਂ ਕਿਹਾ ਸ਼ਾਹ ਜੀ ਮੈਨੂੰ ਇਹ ਗੱਲਾਂ ਜਿਹੜੀਆਂ ਨਾ ਦੋ ਗਲੀਆਂ ਲੱਗੀਆਂ ਨੇ, ਮਾਜ਼ਰਤ ਨਾ ਇਹ ਗੱਲ ਮੈਨੂੰ ਸਮਝੋ ਬਾਹਰ ਹੈ। ਹਾਂ ਮੈਨੂੰ ਮੌਲਾ ਦਾ ਠੋਸ ਫਰਮਾਨ, ਮੈਂ ਕਿਹਾ ਤੁਸੀਂ ਮੌਲਾ ਦਾ ਫਰਮਾਨ ਕੋਈ ਨਹੀਂ ਪੜ੍ਹਿਆ ਖੁਮਸ 'ਤੇ? ਕਹਿੰਦਾ ਨਹੀਂ। ਵਾਹ ਜੀ ਵਾਹ। ਅੱਛਾ ਨਾ ਮੌਲਾ ਦੇ ਫਰਮਾਨ ਤੋਂ ਦੀਲ ਲੈ ਰਿਹਾ, ਅਤੇ ਜਦੋਂ ਸਾਰੀ ਗੱਲ ਕਰਨ ਦਾ ਮਕਸਦ ਹੈ ਜਦੋਂ ਬੰਦਾ ਆਪਣੇ ਆਪ ਆਪਣਾ ਉਸਤਾਦ ਬਣਦਾ ਹੈ ਨਾ ਉਦੋਂ ਐਵੇਂ ਹੀ ਮਾਰਿਆ ਜਾਂਦਾ। ਹੁਣ ਤੁਹਾਨੂੰ ਸਮਝ ਆਈ ਜਿਹੜਾ ਉਹਨੂੰ ਇਲਹਾਮ ਹੋ ਰਿਹਾ ਸੀ। ਇਹ ਉਹ ਗੱਲਾਂ ਜਿਹੜੇ ਸਰਕਾਰ ਅਬਦੇ ਹੈਦਰ ਦੀ ਮਹਿਫਲ 'ਚ ਬਹਿਣ ਵਾਲੇ ਸੀ ਕਿ ਜਿਹੜਾ ਮੇਰਾ ਸ਼ਾਗਿਰਦ ਜਿਹੜਾ ਹਾਲੇ 3 ਮਹੀਨੇ ਦਾ, ਬਜ਼ਾਹਰ 3 ਮਹੀਨੇ ਹੋਏ ਨੇ ਮੇਰੇ ਕੋਲ ਆਇਆ ਨੂੰ, 12 ਸਾਲ ਉਹਦੀ ਏਜ, ਉਹਨੂੰ ਪਤਾ ਇਹ ਗੱਲਾਂ ਦਾ। ਅਤੇ ਉਹ ਜਿਹੜੇ ਸ਼ਾਹ ਜੀ ਜਿਨ੍ਹਾਂ ਦੀ ਉਮਰ ਕੋਈ 35-40 ਸਾਲ ਸੀ, ਉਹ ਕਹਿੰਦੇ ਨੇ ਕਿ ਮੈਨੂੰ ਇਹ ਮੌਲਾ ਵੱਲੋਂ ਇਲਹਾਮ ਹੁੰਦੀਆਂ ਨੇ। ਵਾਹ। ਹਾਲਾਂਕਿ ਉਹ ਸਰਕਾਰ ਅਬਦੇ ਹੈਦਰ ਦੇ ਥਰੂ ਹੀ ਪਹੁੰਚੀਆਂ ਨੇ ਉਹ ਗੱਲਾਂ, ਜਿੱਥੋਂ ਪਹੁੰਚੀਆਂ ਕੋਈ ਉਹਨਾਂ ਦੇ ਮੰਨਣ ਵਾਲਿਆਂ ਦੇ ਥਰੂ ਪਹੁੰਚੀਆਂ ਨੇ, ਲੇਕਿਨ ਗੱਲਾਂ ਅੱਛੀਆਂ ਸੀ। ਉਹਨਾਂ ਕਿਹਾ ਚਲੋ ਜੀ ਕਰ ਦਿੰਦੇ ਹਾਂ। ਲੋ ਜੀ ਇਸ ਤਰ੍ਹਾਂ ਦੇ ਵੀ ਮਾਰਕੀਟ 'ਚ ਲੋਕ ਆ ਰਹੇ ਨੇ, ਠੀਕ ਹੈ। ਖੁਮਸ ਦੇ ਸਿਰੇ ਤੋਂ ਇਨਕਾਰੀ ਨੇ, ਕਹਿੰਦਾ ਮੈਂ ਤਹਿਕੀਕ ਕਰਾਂਗਾ, ਵੇਖਾਂਗਾ ਵੀ ਕਿਤੇ ਫਰਮਾਨ ਮਿਲਦਾ ਮੈਨੂੰ। ਮੈਂ ਕਿਹਾ ਮੈਨੂੰ ਸਾਬਤ ਕਰਨਾ ਕਿ ਖੁਮਸ ਕੁਛ ਨਹੀਂ ਹੁੰਦਾ, ਇਹ ਦੇਣਾ ਹੀ ਨਹੀਂ ਚਾਹੀਦਾ, ਕੱਖ ਵੀ ਨਹੀਂ ਹੁੰਦਾ ਖੁਮਸ। ਮੈਂ ਕਿਹਾ ਖੁਮਸ ਦਾ ਹੀ ਇਨਕਾਰ ਕਰ ਗਏ ਤੁਸੀਂ। ਜਿਹੜਾ ਆਪਣੇ ਆਪ ਆਪਣਾ ਉਸਤਾਦ ਬਣਦਾ ਨਾ ਉਹਦੇ ਨਾਲ ਇਹੋ ਕੁਛ ਹੀ ਬਣਦਾ, ਠੀਕ ਹੈ। ਇਹ ਤੁਹਾਨੂੰ ਸਾਰੀ ਇਲਹਾਮ ਦੀ ਵੀ ਹਕੀਕਤ ਮਿਲ ਗਈ ਹੋਣੀ ਹੈ, ਇਹ ਜਿਹੜਾ ਆਪਣੇ ਆਪ ਮਿਲਦਾ ਹੈ ਇਸ ਦੀ ਵੀ ਹਕੀਕਤ ਤੁਹਾਨੂੰ ਮਿਲ ਗਈ ਹੋਣੀ। ਮੈਂ ਤਾਂ ਬੜਾ ਪਰੇਸ਼ਾਨ ਹਾਂ। ਮੈਂ ਕਿਹਾ ਸਜਦਾਂ ਦੇ ਵਿੱਚ ਵੀ ਇਹੋ ਜਿਹੇ ਲੋਕ ਮੌਜੂਦ ਜਿਹੜੇ ਖੁਮਸ ਦੇ ਹੀ ਇਨਕਾਰੀ ਨੇ। ਯਾਰ ਨਾ ਦੇਣਾ ਗੁਰਬਤ ਦੀ ਹੋਇਆ ਤਾਂ ਇੱਕ ਲਹਿਦਾ ਗੱਲ ਏ, ਕਹਿੰਦੇ ਹੁੰਦਾ ਹੀ ਨਹੀਂ, ਬਣਦਾ ਹੀ ਨਹੀਂ। ਓਏ ਹੋਏ। ਬਾਕੀ ਮੈਂ ਹਲੇ ਉਹਦੇ ਵੇਟਿੰਗ 'ਚ ਆਉਣ, ਅਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਉਹਨੇ ਕਿਹਾ ਕਿ ਮੈਂ ਅੱਛਾ ਮੈਂ ਤਹਿਕੀਕ ਕਰਾਂਗਾ, ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ। ਪਰ ਜਿਹਨੂੰ ਐਡੀਆਂ ਵੱਡੀਆਂ ਗੱਲਾਂ ਕਰ ਰਿਹਾ ਉਹਨੂੰ ਖੁਮਸ ਦੇ ਬਾਰੇ ਨਹੀਂ ਪਤਾ ਚੱਲ ਸਕਿਆ ਅੱਜ ਤੱਕ, ਠੀਕ ਹੈ। ਤਾਂ ਕਿਹਾ ਹੈ ਆਪਣੇ ਆਪ ਆਪਣੇ ਉਸਤਾਦ ਨਾ ਬਣਨਾ।
ਇੱਥੇ ਤੇ ਮੂਸਾ अलैहिस्सलाम ਅੱਲਾਹ ਪਾਕ ਨਾਲ ਵੀ ਗੱਲਾਂ ਕਰਦੇ ਹੋਣ ਨਾ, ਅੱਲਾਹ ਪਾਕ ਫਰਮਾਉਂਦਾ ਜਾ ਹੁਮਸ ਕੋ ਜਾ ਉਹਨੂੰ ਕੋਈ ਸ਼ਾਗਿਰਦੀ ਕਰ ਜਾ ਕੇ, ਤੇ ਉੱਥੇ ਜਾ ਕੇ ਕਹਿੰਦਾ ਹੈ ਮੂਸਾ अलैहिस्सलाम ਕਲੀਮੁल्लाह ਹੋ ਕੇ ਸਾਹਬੇ ਕਲਮਾ ਸਰਾਬੇ ਸ਼ਰੀਅਤ ਹੋ ਕੇ ਕਹਿੰਦਾ ਮੈਨੂੰ ਇਲਮ ਦਿਓ, ਮਾਰਫਤ ਦਿਓ ਮੈਨੂੰ, ਤੁਹਾਡੀ ਮਿਹਰਬਾਨੀ ਮੈਂ ਤੁਹਾਡੀ ਤਾਬੇਦਾਰੀ ਕਰਾਂਗਾ। ਤੁਸੀਂ ਤੇ ਉਸ ਦੇ ਮੰਨਣ ਵਾਲੇ ਹੋ ਜਿਸ ਨੇ ਫਰਮਾਇਆ ਮੈਨੂੰ, ਫਰਮਾਇਆ ਮੁਨਾਫਿਕ ਕੋ ਵੀ ਇਲਮ ਲਵੋ, ਮੁਨਾਫਿਕ ਕੋ ਵੀ ਇਲਮ ਲਵੋ, ਉਹਦੇ ਕੰਮ ਦਾ ਨਹੀਂ, ਉਹ हिकमत ਦੀ ਗੱਲ ਤੁਹਾਡੇ ਕੰਮ ਦੀ ਤੇ ਹੈ। ਉਸਨੇ ਫਰਮਾਇਆ ਕਿ ਇਲਮ ਮੋਮਨ ਦੀ ਗੁੰਮਸ਼ੁਦਾ ਮਿਰਾਸ ਹੈ, ਜਿੱਥੋਂ ਮਿਲਦੀ ਹੈ ਲਵੋ। ਉਸਨੇ ਤੇ ਇਹ ਫਰਮਾਇਆ, ਉਸਨੇ ਤੇ ਕਿਹਾ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਇਲਮ ਹਾਸਲ ਕਰੋ। ਯਾਰ ਕੀ ਹੋ ਗਿਆ ਤੁਹਾਨੂੰ? ਤੇ ਤੁਸੀਂ ਸਿਰਫ ਮੌਲਾ ਦਾ ਇਲਮ ਹੀ ਨਹੀਂ ਲੈ ਸਕਦੇ, ਮੌਲਾ ਦੀ ਮਾਰਫਤ ਹੀ ਨਹੀਂ ਲੈ ਸਕਦੇ, ਤੇ ਆਪਣੇ ਆਪ ਜਦੋਂ ਉਸਤਾਦ ਬਣ ਕੇ ਬਹਿੰਦਾ ਨਾ ਫਿਰ ਬੰਦਾ, ਫਿਰ ਐਵੇਂ ਮਾਰ ਵੱਜਦੀ ਹੈ। ਜਿਹੜਾ ਖੁਮਸ ਦਾ ਇਨਕਾਰੀ ਨਾ, ਯਕੀਨ ਕਰੋ ਮੈਂ ਇਸ ਤੇ ਵੀ ਇੱਕ ਲਹਿਦਾ ਵੀਡੀਓ ਬਣਾਵਾਂਗਾ, ਗੁਨਾਹ ਕਬੀਰਾ ਗੁਨਾਹ ਅਜ਼ੀਮ ਹੈ। ਜਿਹੜਾ ਇੱਕ ਤੇ ਨਾਂ ਦੇਣ ਵਾਲਾ ਉਹ ਗੁਨਾਹ ਅਜ਼ੀਮ ਹੈ, ਤੇ ਜਿਹੜਾ ਬਿਲਕੁਲ ਹੀ ਇਨਕਾਰ ਕਰ ਜਾਵੇ, ਵਾਹ ਵਾਹ ਵਾਹ। ਬਾਕੀ ਹੁബ്ബੇ ਅਲੀ ਰਹਿਮਤੁल्लाह, बुग़्ज़े अली लानतुल्लाह बेशुमार।